आज आप कैलेंडर वाला टॉपिक करांगे, शॉर्ट कवर करांगे। काफिया ने किया हुआ है, काफिया के लिए रिवीजन हो जाएगी। ठीक है, तो कैलेंडर वाले टॉपिक के विच सब तो पहला जी चीज आती हैगी है वो अपनी होंगी हैगी है लीप ईयर। लीप ईयर सबनों पता हैगा? नहीं पता, किसी किसी को नहीं पता। लीप ईयर वो ईयर जिहड़ा 4 नाल डिवाइड हो जाए पूरा, जिवें कि ईयर 2000 जिहड़ा ईयर 2000 हैगा अपना वो लीप ईयर हैगा, क्योंकि ये 4 नाल पूरा डिवाइड हो जाता हैगा। 1996 ये भी लीप ईयर हैगा, 4 नाल पूरा डिवाइड हो जाता हैगा। 600 ये भी 4 नाल पूरा डिवाइड हो जाता हैगा, बट ये लीप ईयर नहीं हैगा। ਜਿਹੜੇ ईयर अपने सेंचुरी ईयर ਹੁੰਦੇ ਨੇ, सेंचुरी ईयर की ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਦੋ ਜ਼ੀਰੋ ਆਉਂਦੀਆਂ ਜਾਂ ਐ ਕਹਿ ਲਓ ਜਿਹੜੇ 100 ਨਾਲ ਡਿਵਾਈਡ ਹੁੰਦੇ ਨੇ, ਉਹਨਾਂ ਨੂੰ ਆਪਾਂ सेंचुरी ईयर ਕਹਿ ਦਿੰਦੇ ਹੈਗੇ ਆ। 600 800 1000 1200 1400 ਇਹ ਸਾਰੇ सेंचुरी ईयर्स ਨੇ। अगर अपने ਕੋਲ सेंचुरी ईयर ਆਂਦਾ ਹੈਗਾ ਤਾਂ ਉਹਦੇ ਲਈ ਲੀਪ ਈਅਰ ਦਾ ਕ੍ਰਾਈਟੇਰੀਆ ਚੇਂਜ ਹੋ ਜਾਂਦਾ ਹੈਗਾ। ਉਹਦੇ ਵਿੱਚ ਕੀ ਹੁੰਦਾ ਹੈਗਾ कि लीप ईयर ਆਪਾਂ उस ईयर ਨੂੰ ਕਵਾਂਗੇ ਜਿਹੜਾ 400 ਨਾਲ ਡਿਵਾਈਡ ਹੋਵੇ, ਜਿਵੇਂ ਕਿ ईयर 1200। ईयर 1200 ਜਿਹੜਾ ਹੈਗਾ ਉਹ ਇੱਕ सेंचुरी ईयर ਹੈਗਾ। ਸੋ ਇਹ 400 ਨਾਲ ਡਿਵਾਈਡ ਹੁੰਦਾ ਹੈ ਕਿ ਨਹੀਂ ਇਹ ਦੇਖਾਂਗੇ। ਇਹ 400 ਨਾਲ ਡਿਵਾਈਡ ਹੁੰਦਾ ਹੈ, ਸੋ ਇਹ ਇੱਕ ਲੀਪ ईयर ਹੈਗਾ। ईयर 1500 ਇਹ 400 ਨਾਲ ਡਿਵਾਈਡ नहीं ਹੁੰਦਾ, 4 ਨਾਲ ਤਾਂ ਹੋ ਰਿਹਾ ਬਟ 400 ਨਾਲ नहीं ਹੁੰਦਾ, ਸੋ ਇਟ ਇਜ਼ ਨਾਟ ए ਲੀਪ ईयर। ਸੋ ਲੀਪ ईयर अगर ਆਪਾਂ देखना हैगा ਤਾਂ ਦੋ ਤਰੀਕੇ ਨਾਲ देखना है। सब तो पहला ये देखो कि सेंचुरी ईयर है कि नहीं। अगर वो सेंचुरी ईयर हैगा फिर ये देखो कि वो 400 ਨਾਲ डिवाइड ਹੁੰਦਾ है कि नहीं। अगर वो सेंचुरी ईयर नहीं हैगा तो देखो 4 ਨਾਲ डिवाइड ਹੁੰਦਾ है कि नहीं। लीप ईयर की डेफिनेशन क्लियर है। ਹੁਣ ਲੀਪ ਈਅਰ ਤੇ ਨਾਰਮਲ ਈਅਰ 'ਚ ਫਰਕ ਕੀ ਹੁੰਦਾ ਹੈਗਾ? ਲੀਪ ਈਅਰ ਦੇ ਵਿੱਚ ਆਪਣੇ ਕੋਲ 366 ਡੇਜ਼ ਹੁੰਦੇ ਹੈਗੇ ਆ ਤੇ ਜਿਹੜਾ ਇੱਕ ਨਾਰਮਲ ਈਅਰ ਹੁੰਦਾ ਹੈਗਾ ਉਹਦੇ ਵਿੱਚ 365 ਡੇਜ਼ ਹੁੰਦੇ ਹੈਗੇ। ਇਹੀ ਡਿਫਰੈਂਸ ਹੁੰਦਾ ਹੈ। ਬਾਕੀ ਆਪਾਂ ਨੂੰ ਪਤਾ ਕਿ ਫਰਵਰੀ ਦੇ ਮਹੀਨੇ ਦੇ ਵਿੱਚ 29 ਦਿਨ ਆ ਜਾਂਦੇ ਨੇ ਇੱਕ ਲੀਪ ਈਅਰ ਦੇ ਵਿੱਚ। ਓਕੇ ਹੈ सर, ये पक्का है कि लीप ईयर हर 4 साल बाद ही आएगा? नहीं, ये पक्का नहीं हैगा कि वो हर 4 साल बाद आएगा। ਉੱਥੇ ਪ੍ਰੋਬਲਮ ਆ ਜਾਂਦੀ ਹੈਗੀ ਹੈ ਜਿੱਥੇ ਆਪਣਾ ਸੈਂਚੁਰੀ ਈਅਰ ਆਉਂਦਾ ਹੈਗਾ ਤੇ ਉਹ ਲੀਪ ਈਅਰ ਨਹੀਂ ਹੁੰਦਾ। ਜਿਵੇਂ ਐਗਜ਼ਾਮਪਲ ਲਓ ਤੁਸੀਂ 1496 1496 ਜਿਹੜਾ 1496 ਸਾਲ ਹੈਗਾ ਉਹ ਲੀਪ ਈਅਰ ਹੈਗਾ ਕਿ ਨਹੀਂ ਹੈਗਾ? ਤੇ 4 ਨਾਲ ਡਿਵਾਈਡ ਹੁੰਦਾ, ਸੋ ਇਹ ਇੱਕ ਲੀਪ ਈਅਰ ਹੈ। बट इस तो 4 साल बाद की आएगा 1500, ये लीप ईयर नहीं है। तो इस तो बाद केड़ा लीप ईयर आएगा 1500, तो गैप कितना पै गया 8 साल का। तो ये कोई क्राइटेरिया नहीं है कि हर 4 साल बाद आएगा। 4 साल बाद आंदा है, लेकिन पंगा उत्थे पै जांदा है जिथे सेंचुरी ईयर आ जाए ते वो 400 नाल डिवाइड ना हो। ठीक है, ये चीज मैं तुहानू दसदी कि लीप ईयर दे विच एक्सेप्शन हुंदी हैगी है सेंचुरी ईयर दी। सेंचुरी ईयर जिहदे पीछे दो जीरो आन, देसी भाषा च कहिए मैथमेटिकली जिहड़ा 100 नाल डिवाइड हुंदा है। सेंचुरी मतलब 100, तो जिहड़ा 100 नाल पूरा पूरा डिवाइड हुंदा वो सेंचुरी ईयर हुंदा है। 200 400 800 1000 1200 1400 ये सारे की ने अपने सेंचुरी ईयर। सर, फिर ये तो सबसे लास्ट में ही आते होंगे ना? लास्ट की में मतलब लास्ट की में कहना सर, जैसे अब अपना 21वीं सदी चल रही है, जैसे 2000 आया था तो वो उसमें नहीं आया होता। 2000 सेंचुरी ईयर है। हाँ जी। 2000 उस तो बाद 2100 2200 जब ये पूरी खत्म होएगी फिर उसमें लास्ट में ही आएगा ना। जिਵੇਂ 2022 ਚੱਲ ਰਿਹਾ ਨਾ, तो हम जब 2100 ਤੇ ਪਹੁੰਚਾਂਗੇ ਤਾਂ ਆਏਗੀ। ਹਰ 100 ਸਾਲ ਬਾਅਦ ਆਉਂਦੀ ਹੈ ਸੈਂਚੁਰੀ। ਠੀਕ ਹੈ ਸਰ। ਹੁਣ ਇਹਦੇ ਵਿੱਚ ਜਿਹੜਾ ਇੱਕ ਕਨਸੈਪਟ ਆਂਦਾ ਹੈਗਾ, ਮੇਨ ਆਂਦਾ ਹੈਗਾ ऑड डेज ਦਾ। ऑड डेज ਦਾ ਮਤਲਬ ਕੀ ਹੁੰਦਾ ਹੈਗਾ? ਆਪਣਾ ऑड डेज ਦਾ ਮਤਲਬ ਹੁੰਦਾ ਹੈਗਾ ਕਿ 7 ਨਾਲ ਜਦੋਂ ਆਪਾਂ ਕਿਸੇ ਨੰਬਰ ਨੂੰ ਡਿਵਾਈਡ ਕਰਦੇ ਆ ਤਾਂ ਜਿੰਨਾ ਰਿਮਾਈਂਡਰ ਬਚ ਜਾਂਦਾ ਹੈ ਉਹਨੂੰ ਆਪਾਂ ऑड डेज ਕਹਿੰਦੇ ਹਾਂ। 7 ਹੀ ਕਿਉਂ ਲਿੱਤਾ ਤੇ ਇਹਦਾ ਕਨਸੈਪਟ ਕੀ ਹੁੰਦਾ ਹੈਗਾ? 7 ਆਪਣੇ ਦਿਨ ਹੁੰਦੇ ਨੇ ਇੱਕ ਹਫਤੇ ਦੇ ਵਿੱਚ, ਉਸ ਕਰਕੇ ਆਪਾਂ 7 ਫਿਗਰ ਲਿੱਤੀ ਹੈਗੀ ਹੈ। ਇਹ ऑड डेज ਜਿਹੜੇ ਨੇ ਕਿਸ ਕੰਮ ਆਉਂਦੇ ਨੇ? ਇਹ ਡੇ ਕੱਢਣ ਦੇ ਕੰਮ ਆਉਂਦੇ ਨੇ। ऑड डेज फाइंड आउट करो, ਤੁਹਾਨੂੰ ਡੇ ਪਤਾ ਲੱਗ ਜਾਏਗਾ।
मतलब मैं ਤੁਹਾਨੂੰ ਕੋਈ ਡੇਟ ਦਵਾਂ ਤੇ ਉਸ ਡੇਟ ਤੇ ਤੁਸੀਂ ਡੇ ਕੱਢਣਾ ਹੈਗਾ ਮੰਡੇ ਟਿਊਜ਼ਡੇ ਵੈਡਨਸਡੇ ਤਾਂ ਤੁਹਾਨੂੰ ਔਡ ਡੇਜ਼ ਫਾਈਂਡ ਆਊਟ ਕਰਨੇ ਪੈਂਦੇ ਨੇ। ਹੁਣ ਔਡ ਡੇਜ਼ ਕਰਨ ਦਾ ਜਿਹੜਾ ਮੈਥਡ ਹੈਗਾ ਉਹ ਸਿੰਪਲੀ ਇੱਕ ਹੈਗਾ ਕਿ ਜਿੱਥੇ ਵੀ ਕੋਈ ਨੰਬਰ ਆਫ ਡੇਜ਼ ਆਉਂਦੇ ਆ ਉਹਨੂੰ 7 ਨਾਲ ਡਿਵਾਈਡ ਕਰ ਦਿਓ। ਸਪੋਜ਼ ਤੁਹਾਡੇ ਕੋਲ ਦਿਨ ਆਉਂਦੇ ਨੇ 31, ਜਨਵਰੀ ਦੇ ਵਿੱਚ ਕਿੰਨੇ ਦਿਨ ਹੁੰਦੇ ਆ ਆਪਣੇ 31, जनवरी में 31 डेज होंगे सबको पता है। तो ਇਹਨੂੰ 7 ਨਾਲ ਡਿਵਾਈਡ ਕਰ ਦੋ, ਰਿਮਾਈਂਡਰ ਕਿੰਨਾ ਆਏਗਾ ਹੁਣ ਰਿਮਾਈਂਡਰ ਪਤਾ ਹੈਗਾ ਜਦੋਂ ਆਪਾਂ ਇਦਾਂ ਡਿਵਾਈਡ ਕਰਦੇ ਹੈਗੇ ਆ 7 4 28 ਨੀਚੇ ਬਚਿਆ 3 ਦਿਸ ਇਜ਼ ਰਿਮਾਈਂਡਰ। ਸੋ ਰਿਮਾਈਂਡਰ ਨੂੰ ਆਪਾਂ ਕੀ ਕਹਿੰਦੇ ਆ ਔਡ ਡੇਜ਼। ਆਪਣੇ ਕੁਐਸਚਨਸ ਦੇ ਵਿੱਚ ਕਿਤੇ ਵੀ ਆਪਾਂ ਨੂੰ ਨੰਬਰ ਆਫ ਡੇਜ਼ ਜਿਹੜੇ ਨੇ ਉਹ 7 ਤੋਂ ਵੱਧ ਗਏ 7 ਜਾਂ 7 ਤੋਂ ਵੱਧ 7 ਵੀ ਹੋ ਗਏ ਜਾਂ 7 ਤੋਂ ਵੱਧ ਹੋ ਗਏ ਤਾਂ ਆਪਾਂ 7 ਨਾਲ ਉਹਨੂੰ ਡਿਵਾਈਡ ਕਰ ਦੇਣਾ। ਆਪਾਂ ਨੂੰ ਬਸ ਨੰਬਰ ਚਾਹੀਦਾ ਹੈਗਾ 0 ਤੋਂ 6 ਦੇ ਵਿੱਚ, ਉਹ ਆਪਣੇ ਔਡ ਡੇਜ਼ ਹੋਣਗੇ। ਹੁਣ ਇਹ ਕੀ ਲਿਖਿਆ ਹੋਇਆ ਹੈਗਾ ਇਹ ਨੰਬਰ ਆਫ ਔਡ ਡੇਜ਼ ਲਿਖੇ ਹੋਏ ਆ ਮੰਥਸ ਦੇ ਵਿੱਚ। ਅਪ੍ਰੈਲ ਦਾ ਮਹੀਨਾ 30 ਡੇਜ਼ ਦਾ ਹੁੰਦਾ ਹੈਗਾ ਸੋ 30 ਡਿਵਾਈਡਡ ਬਾਈ 7 ਕਰਾਂਗੇ ਤਾਂ ਕਿੰਨੇ ਆ ਗਏ 2 ਔਡ ਡੇਜ਼। सिमिलरली मई जून जुलाई अगस्त सारे लिखे हुए हैं। सिर्फ एक फेब ਦਾ ਮਹੀਨਾ ਇਹ ਜਿਹਾ ਹੈਗਾ ਜਿਹਦੇ ਵਿੱਚ ਆਈਦਰ 0 ਔਰ 1। ਇਹਦਾ ਮਤਲਬ ਕੀ ਹੈਗਾ ਕਿ ਜਿਹੜਾ ਫੈਬ ਦਾ ਮਹੀਨਾ ਹੈਗਾ ਆਪਣਾ ਫੈਬਰੂਰੀ ਹੈਗਾ ਉਹਦੇ ਵਿੱਚ ਜਾਂ ਤਾਂ ਇੱਕ ਔਡ ਡੇ ਹੋਏਗਾ ਜਾਂ ਔਡ ਡੇ ਹੋਏਗਾ ਹੀ ਨਹੀਂ। ਉਹਦਾ ਰੀਜ਼ਨ ਕੀ ਹੈ ਕਿ ਜਾਂ ਤਾਂ ਫੈਬ ਚ 28 ਦਿਨ ਹੋਣਗੇ ਜਾਂ 29 ਦਿਨ ਹੋਣਗੇ। अगर 28 दिन होंगे तो 7 ਨਾਲ पूरा डिवाइड हो गया, रिमाइंडर 0 आ गया। अगर 29 दिन ने तो 7 ਨਾਲ डिवाइड होकर रिमाइंडर कितना आएगा 1। ठीक है, ऑड डेज ਕੱਢਣੇ ਕਿਵੇਂ ਹੈ 7 ਨਾਲ डिवाइड करके। ਇਹ ਪਤਾ ਲੱਗ ਗਿਆ ਆਪਾਂ ਨੂੰ। ਹੁਣ ਆਪਾਂ ਅੱਗੇ ਚੱਲਦੇ ਹੈਗੇ। ऑड डेज ਦੀ ਡੀਕੋਡਿੰਗ ਕੀ ਹੈ। अगर 0 ऑड डे आंदा तो मतलब संडे, 1 आंदा तो मंडे, 2 आंदा तो ट्यूसडे, सिमिलरली 6 आंदा तो सैटरडे। 0 ਤੋਂ ਲੈ ਕੇ 6 ਤੱਕ ਹੋ ਗਏ। ठीक, तो ਇਹਦਾ ਮਤਲਬ ਆਪਣਾ ਜਿਹੜਾ ऑड डे ਦੀ ਫਿਗਰ ਹੈਗੀ ਹੈ, ਵੈਲਿਊ ਹੈਗੀ ਹੈ, ਉਹ 0 ਤੋਂ 6 ਦੇ ਵਿੱਚ ਆਣੀ ਚਾਹੀਦੀ ਹੈ। ਬਸ ਇਹਦੇ ਉੱਤੇ ਹੀ ਸਾਰੀ ਗੇਮ ਚੱਲਦੀ ਹੈ। ਸਾਰੇ ਕੁਐਸਚਨਸ ਇਹਦੇ ਤੇ ਹੀ ਬੇਸਡ ਹੁੰਦੇ ਹੈਗੇ ਆ। ਇੰਪੋਰਟੈਂਟ ਕਹਾਣੀ ਬਹੁਤ ਵੱਡੀ ਲਿਖੀ ਹੋਈ ਹੈਗੀ ਹੈ, ਬਟ ਇਹਨੂੰ ਆਪਾਂ ਸ਼ਾਰਟ ਚ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਕੀ ਹੈਗੇ ਆ। 100 ਇਅਰਸ ਦੇ ਵਿੱਚ 100 ਸਾਲ ਦੇ ਵਿੱਚ ਕਿੰਨੇ ऑड ਡੇਜ਼ ਹੋਣਗੇ। ਇਹ ਸਮਝਣ ਦੇ ਲਈ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਇੱਕ ਦਿਨ ਦੇ ਵਿੱਚ ਕਿੰਨੇ, ਸਾਲ ਦੇ ਵਿੱਚ ਕਿੰਨੇ ऑड डेज होंगे। 1 नॉर्मल ईयर, एक नॉर्मल ईयर आम साल, मतलब वो लीप ईयर नहीं है। टोटल डेज कितने होंगे जी 365। ਹੁਣ नंबर ऑफ डेज 7 ਤੋਂ ਵੱਧ ਹੋ ਗਏ, डिवाइडेड बाय 7 कितना आएगा, रिमाइंडर कितना आएगा 1। ਜਦੋਂ ਆਪਾਂ डिवाइड ਕਰਾਂਗੇ 52 ਦਾ ਕੋਸ਼ੈਂਟ ਆਏਗਾ ਤੇ 1 ਕੀ ਆਏਗਾ ਰਿਮਾਈਂਡਰ। ਸੋ ਇਥੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਾਰਮਲ ਈਅਰ ਦੇ ਵਿੱਚ 1 ऑड डे ਹੁੰਦਾ ਹੈਗਾ। ਓਕੇ ਹੈ। ਤਿੰਨ ਨਾਲ ਤੁਸੀਂ ਉਹਨਾਂ ਦੇ ਪਿੱਛੇ ਤਿੰਨ ਨਾਲ ਤਾਂ ਇੱਕ ਵਾਰ ਨਹੀਂ ਕਿਹਾ, 7 ਨਾਲ ਕਿਹਾ ਜੀ। 7 ਨਾਲ ਡਿਵਾਈਡ ਕਰਨਾ 7 ਨਾਲ, 7 ਨਾਲ। ਤਿੰਨ ਤਾਂ ਮੈਂ ਬੋਲਿਆ ਹੀ ਨਹੀਂ। ਕੋਡ ਨੰਬਰ ਕੱਢਣ ਵਾਸਤੇ ਹਾਂ 0 ਤੋਂ 6 ਤੁਹਾਡਾ ਕੋਡ ਨੰਬਰ ਆਏਗਾ। ऑड डे ਜਿਹਨੂੰ ਆਪਾਂ ਕਹਿੰਦੇ ਆ। सर ये किस में निकाल रहे हम, किसी भी चीज ਦੇ ਵਿੱਚ ਜਿੱਥੇ ਵੀ ऑड डेज फाइंड आउट करने हैं 7 ਨਾਲ डिवाइड कर दो नंबर ऑफ डेज ਨੂੰ। डिवाइड ਕਿਹਨੂੰ ਕਰਨਾ ਹੈ ਨੰਬਰ ਆਫ ਡੇਜ਼ ਨੂੰ। ਬਾਰ-ਬਾਰ ਮੈਂ सर ये 100 इयर्स में क्या कर रहे हैं। ਇੱਕ ਸਾਲ ਦਾ, ਇੱਕ ਨਾਰਮਲ ਈਅਰ ਦਾ। ਇੱਕ ਨਾਰਮਲ ਈਅਰ ਦੇ ਵਿੱਚ ਕਿੰਨੇ ਡੇਜ਼ ਨੇ 365 ਡਿਵਾਈਡਡ ਬਾਈ 7 ਤੋਂ ਆਪਣੇ ਕੋਲ ਕੀ ਆ ਗਿਆ ਇੱਕ ऑड डे। ਤਾਂ ਤੁਸੀਂ ਯਾਦ ਕੀ ਰੱਖਣਾ ਹੈ ਇੱਕ ਨਾਰਮਲ ਈਅਰ ਦੇ ਵਿੱਚ ਇੱਕ ऑड डे ਹੁੰਦਾ ਹੈ ਬਸ। ਇੱਕ लीप ईयर ਦੇ ਵਿੱਚ 366 डेज डिवाइडेड बाय 7 तो कितने और डेज हो गए। ये 1 और 2 की रिमाइंडर ਜਿਹੜਾ 7 ਨਾਲ ਡਿਵਾਈਡ ਕਰਕੇ ਰਿਮਾਈਂਡਰ ਆਏਗਾ। ਇੱਥੇ ਤੱਕ ਓਕੇ ਹੈ। ਹੁਣ ਆਪਾਂ ਚੱਲਦੇ ਹੈਗੇ ਆ ਅ ਪੀਰੀਅਡ ਆਫ 100 ਇਅਰਸ। 100 ਸਾਲ ਦੇ ਵਿੱਚ ਕਿੰਨੇ ਔਡ ਡੇਜ਼ ਹੋਣਗੇ। ਹੁਣ ਪਹਿਲੀ ਗੱਲ ਤਾਂ ਇਹ ਹੈਗਾ ਕਿ ਇਹ 100 ਸਾਲ ਨੇ, ਇਹਨੂੰ 7 ਨਾਲ ਨਾ ਡਿਵਾਈਡ ਕਰ ਦਿਓ ਕਿਉਂਕਿ ਇਹ ਦਿਨ ਨਹੀਂ ਹੈ, ਇਹ ਸਾਲ ਨੇ। ਆਪਾਂ ਡੇਜ਼ ਨੂੰ ਡਿਵਾਈਡ ਕਰਨਾ ਹੁੰਦਾ ਹੈਗਾ। ਪਹਿਲਾਂ ਤਾਂ ਇਹ ਦੇਖੋ ਵੀ 100 ਇਅਰਸ ਦੇ ਵਿੱਚ ਔਡ ਡੇਜ਼ ਕਿਵੇਂ ਕੱਢ ਸਕਦੇ ਆ। ਅਗਰ 100 ਨੂੰ ਆਪਾਂ 365 ਦੇ ਹਿਸਾਬ ਨਾਲ ਕੱਢਣ ਲੱਗੇ ਤਾਂ ਬਹੁਤ ਲੈਂਥੀ ਹੋ ਜਾਏਗਾ। ਆਪਾਂ ਇਦਾਂ ਨਹੀਂ ਕਰਨਾ।
ਆਪਾਂ ਇਹ ਦੇਖੋ ਕਿ 100 ਸਾਲ ਦੇ ਵਿੱਚ ਨਾਰਮਲ ਈਅਰ ਕਿੰਨੇ ਨੇ ਤੇ ਲੀਪ ਈਅਰ ਕਿੰਨੇ ਨੇ। ਅਗਰ ਆਪਾਂ ਨੂੰ ਇਹ ਪਤਾ ਲੱਗ ਜੇ ਤਾਂ ਆਪਾਂ ਨੂੰ ਨੰਬਰ ਆਫ ऑड ਡੇਜ਼ ਪਤਾ ਲੱਗ ਜਾਣਗੇ। ਸੋ ਜਦੋਂ ਵੀ ਤੁਹਾਡੇ ਕੋਲ ਕੁਝ ਟਾਈਮ ਪੀਰੀਅਡ ਹੋਏ 20 ਸਾਲ 40 ਸਾਲ 50 ਸਾਲ 100 ਸਾਲ 200 ਸਾਲ, ਉਹਦੇ ਵਿੱਚ ਜਦ ਆਪਾਂ ਇਹ ਪਤਾ ਲਗਾਉਣਾ ਹੋਏ ਕਿ ਕਿੰਨੇ ਲੀਪ ਈਅਰ ਆਉਂਦੇ ਨੇ ਤਾਂ ਉਹਨੂੰ 4 ਨਾਲ ਡਿਵਾਈਡ ਕਰ ਦਿਓ। ਠੀਕ ਹੈ, 100 ਜਾਂ 100 ਤੋਂ ਛੋਟੀ ਅਗਰ ਕੋਈ ਵੈਲਿਊ ਹੈਗੀ ਹੈ ਉਹਦੇ ਵਿੱਚ ਜਦੋਂ ਤੁਸੀਂ ਪਤਾ ਕਰਨਾ ਕਿ ਲੀਪ ਈਅਰ ਕਿੰਨੇ ਨੇ, ਤੁਹਾਨੂੰ ਹਮੇਸ਼ਾ 100 ਤੋਂ ਛੋਟੀ ਵੈਲਿਊ ਹੀ ਹੋਏਗੀ। ਤਾਂ ਆਪਾਂ ਨੇ ਸਿੰਪਲੀ ਕੀ ਕਰਨਾ ਹੈ 4 ਨਾਲ ਡਿਵਾਈਡ ਕਰ ਦਿਓ। ਜਿੰਨਾ ਵੀ ਤੁਹਾਡੇ ਕੋਲ ਆਨਸਰ ਆਏਗਾ ਉਹ ਤੁਹਾਡੇ ਨੰਬਰ ਆਫ ਲੀਪ ਈਅਰਸ ਆ ਗਏ। ਥੋੜਾ ਛੋਟੇ ਲੈਵਲ ਤੇ ਇਹਨੂੰ ਸਮਝ ਲਓ, ਮੰਨ ਲਓ 40 ਸਾਲ ਨੇ, 40 ਸਾਲ ਦੇ ਵਿੱਚੋਂ ਤੁਸੀਂ ਜਦੋਂ 4 ਨਾਲ ਡਿਵਾਈਡ ਕਰੋਗੇ ਕਿੰਨਾ ਆ ਜਾਏਗਾ 10 ਕੋਸ਼ੈਂਟ 10 ਆ ਜਾਏਗਾ। ਸੋ ਇਹਦਾ ਮਤਲਬ 40 ਸਾਲ ਦੇ ਵਿੱਚੋਂ 10 ਸਾਲ ਤਾਂ ਲੀਪ ਈਅਰ ਨੇ ਤੇ 30 ਸਾਲ ਕੀ ਨੇ ਨਾਰਮਲ। ਇਹ 40 ਦੀ ਬਾਈਫਰਕੇਸ਼ਨ ਹੋ ਗਈ। ਉਵੇਂ ਹੀ ਆਪਾਂ 100 ਦੀ ਬਾਈਫਰਕੇਸ਼ਨ ਅਗਰ ਕਰੀਏ ਤਾਂ 100 ਨੂੰ 4 ਨਾਲ ਡਿਵਾਈਡ ਕਰਦੇ ਆ। ਹਾਂਜੀ वो दोबारा समझा दो थोड़ा सा हो गया। 40 ਸਾਲ ਜਿਹੜੇ ਨੇ 40 ਇਅਰਸ ਜਿਹੜੇ ਨੇ, ਇਹਦੇ ਵਿੱਚੋਂ ਮੈਂ ਤੁਹਾਨੂੰ ਪੁੱਛਿਆ ਕਿ 40 ਸਾਲ ਦੇ ਵਿੱਚ ਆਪਸ ਨਹੀਂ ਹੋਈ 40 ਸਾਲ ਦੇ ਵਿੱਚ ਲੀਪ ਈਅਰ ਕਿੰਨੇ ਹੈਗੇ ਆ ਤੇ ਨਾਰਮਲ ਇਅਰਸ ਕਿੰਨੇ ਹੈਗੇ ਆ। ਇਹ ਕੱਢਣ ਦਾ ਤਰੀਕਾ ਕੀ ਹੈ ਕਿ ਉਹਨੂੰ 4 ਨਾਲ ਡਿਵਾਈਡ ਕਰ ਦਿਓ। ਠੀਕ ਹੈ, ਜੋ ਤੁਹਾਡੇ ਕੋਲ ਕੋਸ਼ੈਂਟ ਆਇਆ, ਜੋ ਸਾਈਡ ਤੇ ਕੋਸ਼ੈਂਟ ਆਉਂਦਾ ਹੈ ਉਹ ਤੁਹਾਡੇ ਕੀ ਆ ਗਏ ਲੀਪ ਈਅਰ। ਜਿਹੜੇ ਬਾਕੀ ਰਹਿ ਗਏ ਉਹ ਕਿੰਨੇ ਹੋ ਗਏ ਨਾਰਮਲ ਈਅਰ। तो जो 40 ਨੂੰ ਆਪਾਂ 4 ਨਾਲ ਡਿਵਾਈਡ ਕਰਾਂਗੇ ਆਪਣੇ ਕੋਲ ਕਿੰਨਾ ਆ ਜਾਏਗਾ 10। ਇਹਦਾ ਮਤਲਬ 40 ਸਾਲ ਦੇ ਵਿੱਚੋਂ ਇੱਕ ਜਿਹੜਾ 40 ਸਾਲ ਦਾ ਪੀਰੀਅਡ ਹੈ ਉਹਦੇ ਵਿੱਚੋਂ 10 ਕੀ ਹੋ ਗਏ ਆਪਣੇ ਲੀਪ ਈਅਰ ਤੇ 30 ਕਿੰਨੇ ਰਹਿ ਗਏ ਨਾਰਮਲ ਈਅਰ। ਹੁਣ ਆਪਾਂ ਇਹ ਪਤਾ ਲਗਾ ਸਕਦੇ ਹਾਂ ਲੀਪ ਈਅਰ 'ਚ ਹਰ ਲੀਪ ਈਅਰ 'ਚ 2 ऑड डे ਹੁੰਦੇ ਆ। ਸੋ 10 ਲੀਪ ਈਅਰ 'ਚ ਕਿੰਨੇ ऑड डे ਹੋ ਗਏ 20। ਇੱਕ ਨਾਰਮਲ ਈਅਰ 'ਚ ਇੱਕ ऑड डे ਹੁੰਦਾ ਤਾਂ 30 'ਚ ਕਿੰਨੇ ਹੋ ਗਏ 30। ਸੋ 30 + 20 50 ऑड डेज ਹੋ ਗਏ। ओके, ਹੁਣ ਆਪਾਂ ਵਾਪਸ ਆਪਣੇ ਇੱਥੇ ਆਉਂਦੇ ਹਾਂ ਟੌਪਿਕ ਤੇ ਕਿ 100 ਸਾਲ 'ਚ ਕਿੰਨੇ ਹੋਣਗੇ। 100 ਨੂੰ ਜਦੋਂ 4 ਨਾਲ ਡਿਵਾਈਡ ਕਰਦੇ ਤਾਂ ਕਿੰਨਾ ਆਉਂਦਾ 25। ਠੀਕ ਹੈ, ਤਾਂ ਇਹਦਾ ਮਤਲਬ ਇਹਦੇ ਵਿੱਚ 25 ਲੀਪ ਈਅਰ ਹੋਣੇ ਚਾਹੀਦੇ ਆ ਤੇ 75 ਨਾਨ ਲੀਪ ਈਅਰ। ਲੇਕਿਨ ਐਵੇਂ ਨਹੀਂ ਹੁੰਦਾ, ਇੱਥੇ ਥੋੜੀ ਐਕਸੈਪਸ਼ਨ ਹੈਗੀ ਹੈ। 24 ਲੀਪ ਈਅਰਸ ਹੁੰਦੇ ਹੈਗੇ ਇਹਦੇ ਵਿੱਚ ਐਂਡ 76 ਨਾਰਮਲ ਈਅਰ। ਇਹਦਾ ਰੀਜ਼ਨ ਸਿਰਫ ਇਹੀ ਹੁੰਦਾ ਹੈਗਾ ਕਿ ਜਿਹੜਾ 100 ਹੈਗਾ 100 ਉਹ ਲੀਪ ਈਅਰ ਨਹੀਂ ਹੈ। ਜਦੋਂ ਆਪਾਂ 100 ਨੂੰ 4 ਨਾਲ ਭਾਗ ਕਰਦੇ ਆ ਤਾਂ ਉਹਦੇ ਵਿੱਚ 100 ਵੀ ਆ ਜਾਏਗਾ ਨਾ। ਦੇਖੋ 4 ਦਾ ਟੇਬਲ ਪੜੋ, 4 8 12 16 20 24 ਐ ਕਰਦੇ ਕਰਦੇ ਲਾਸਟ ਵਿੱਚ ਕੀ ਆਏਗਾ 100। ਲੇਕਿਨ 100 ਕੀ ਹੈਗਾ ਲੀਪ ਈਅਰ ਨਹੀਂ ਹੈ, ਆਪਾਂ ਸਟਾਰਟਿੰਗ ਹੀ ਪੜਿਆ ਹੈਗਾ। ਸੋ ਦੈਟ ਮੀਨਸ ਆਪਣੇ ਕੋਲ 24 ਲੀਪ ਈਅਰ ਹੋ ਗਏ ਤੇ 76 ਨਾਰਮਲ। ਇਹ ਤੁਸੀਂ ਥਿਊਰੀ ਯਾਦ ਨਹੀਂ ਰੱਖਣੀ, ਤੁਸੀਂ ਇਹਦੇ ਵਿੱਚ ਇਹ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਹੈਗਾ। ਤੁਸੀਂ ਇਹਦੇ ਵਿੱਚ ਜਿਹੜਾ ਯਾਦ ਰੱਖਣਾ ਹੈ ਉਹ ਇਹੀ ਚੀਜ਼ਾਂ ਯਾਦ ਰੱਖਣੀਆਂ। ਨਾਰਮਲ ਈਅਰ 'ਚ ਕਿੰਨੇ ऑड डेज ਨੇ, ਲੀਪ ਈਅਰ 'ਚ ਕਿੰਨੇ ऑड डेज ਨੇ, 100 200 300 400 'ਚ ਕਿੰਨੇ ਨੇ। ਇੰਨੀ ਲੰਬੀ ਅਗਰ ਤੁਸੀਂ ਉੱਥੇ ਕੈਲਕੂਲੇਸ਼ਨ ਕਰਨ ਲੱਗ ਗਏ ਤਾਂ ਤੁਹਾਡਾ ਟਾਈਮ ਵੇਸਟ ਜ਼ਿਆਦਾ ਹੋਏਗਾ। ਬਟ ਤੁਹਾਨੂੰ ਆਣੀ ਚਾਹੀਦੀ ਹੈ। ਸਮ ਟਾਈਮਸ ਕੀ ਹੁੰਦਾ ਟਾਈਮ ਪਿਆ ਹੁੰਦਾ ਲੇਕਿਨ ਕੁਐਸਚਨ ਕਰਨ ਨੂੰ ਕੋਈ ਨਹੀਂ ਹੁੰਦਾ, ਤਾਂ ਇਹਦੇ ਉੱਤੇ ਲਾ ਲਓ ਟਾਈਮ। 24 ਲੀਪ ਈਅਰਸ 48 ऑड डेज हो गए। 76 ਨਾਰਮਲ ਇਅਰਸ ਦੇ ਵਿੱਚ 76 ऑड डेज हो गए। कितने हो गए ये 124 124 ਹੁਣ 7 ਤੋਂ ਵੱਡਾ ਆ ਗਿਆ ਡਿਵਾਈਡਡ ਬਾਈ 7। ਸੋ ਰਿਮਾਈਂਡਰ ਕਿੰਨਾ ਆ ਜਾਏਗਾ 5। ਸੋ 100 ਇਅਰਸ ਦੇ ਵਿੱਚ ਕਿੰਨੇ ऑड डेज हो गए 5। ओके, 200 ਇਅਰਸ ਦੇ ਵਿੱਚ 200 ਇਅਰਸ ਦੇ ਵਿੱਚ ਕਿੰਨੇ ਹੋ ਜਾਣਗੇ 5 100 ਜਿਹਨੇ ਤਾਂ 10 ਹੋ ਗਏ 10 ऑड डेज हो गए। लेकिन 10 की ये 7 तो ਵੱਡਾ ਹੈ, फिर 7 ਨਾਲ ਡਿਵਾਈਡ ਕਰ ਦੋ तो कितना आ गया। तो ਇਹਦਾ ਮਤਲਬ 200 ਸਾਲ ਦੇ ਵਿੱਚ 3 ऑड डेज ਹੋ ਗਏ। 300 ਸਾਲ ਦੇ ਵਿੱਚ ਕਿੰਨੇ ਹੋਣਗੇ 15 ਹੋਣਗੇ। ਇਹ ਸਮਝ ਆ ਰਿਹਾ ਹੈ 5 100 ਸਾਲ ਚ ਨੇ ਤਾਂ 10 15 ਹੋ ਗਏ। 15 ਨੂੰ 7 ਨਾਲ ਡਿਵਾਈਡ ਕੀਤਾ ਤਾਂ जिथे भी वैल्यू 7 या 7 तो ऊपर गई 7 नाल डिवाइड, नंबर ऑफ डेज 7 तो ऊपर हुए डिवाइड 7 तो ऊपर मतलब 7 या 7 तो ऊपर 400। ये थोड़ी जी एक्सेप्शन है। जे अपन नॉर्मल हिसाब नाल चलिए तब 5 चौके 20 ਇਹਦੇ ਵਿੱਚ टोटल ऑड डेज कितने आने चाहिए ਸੀਗੇ 20, लेकिन ਇਹਦੇ ਵਿੱਚ कितने आने हैं 21।
21 ਡਿਵਾਈਡਡ ਬਾਈ 7 ਕਰਾਂਗੇ ਤਾਂ ਕਿੰਨਾ ਆਏਗਾ? 0 ਹੁਣ 21 ਕਿਉਂ ਆਉਂਦੇ ਨੇ? ਉਹਦਾ ਰੀਜ਼ਨ ਕੀ ਹੈ? ਜਦੋਂ ਆਪਾਂ 100 ਸਾਲ ਲਿੱਤੇ ਤਾਂ ਜਿਹੜਾ 100 ਹੈਗਾ 100 ਹੈਗਾ ਉਹ ਲੀਪ ਈਅਰ ਨਹੀਂ ਹੈ, ਜਿਹੜਾ 200 ਹੈਗਾ ਉਹ ਵੀ ਨਹੀਂ ਹੈ, ਜਿਹੜਾ 300 ਹੈਗਾ ਉਹ ਵੀ, ਲੇਕਿਨ ਜਿਹੜਾ 400 ਹੈਗਾ ਉਹ ਲੀਪ ਈਅਰ ਹੈਗਾ। ਤਾਂ ਲੀਪ ਈਅਰ ਹੋਣ ਕਰਕੇ ਇੱਕ ਔਡ ਡੇ ਵੱਧ ਜਾਂਦਾ ਹੈਗਾ। ਸੋ 20 ਦੀ ਜਗ੍ਹਾ ਕਿੰਨੇ ਹੋ ਗਏ? 21। ਸੋ 21/7 0। ਸੋ ਹੁਣ ਆਪਾਂ ਇਥੋਂ ਕੀ ਪੜਿਆ? ਇੱਕ ਨਾਰਮਲ ਈਅਰ, ਇੱਕ ਔਡ ਡੇ, एक लीप ईयर, 2 ऑड डे, 100 इयर्स 5 ऑड डेज, 200 इयर्स 3 ऑड डेज, 300 इयर्स 1 ऑड डे, 400 ਦਾ। ਇਹ ਯਾਦ ਰੱਖਣਾ ਹੈ, ਇਹਨੂੰ ਰੱਟਾ ਮਾਰ ਲਓ। ਸਮਝਾਉਣ ਨੂੰ ਤੁਹਾਨੂੰ ਸਮਝਾਤਾ ਕਿਵੇਂ ਆਂਦਾ ਹੈਗਾ, ਬਟ ਪੇਪਰ ਦੇ ਵਿੱਚ ਆਪਾਂ ਸਮਝਣ ਵਾਲਾ ਕੰਮ ਨਹੀਂ ਕਰਨਾ, ਆਪਾਂ ਨੇ ਯਾਦ ਰੱਖਣਾ ਹੈ। ਇਹ ਜਿਹੜੀ ਸਾਰੀ ਮੈਂ ਹੁਣੀ ਕਹਾਣੀ ਸੁਣਾਈ ਹੈਗੀ ਹੈ ਲਿਖ ਕੇ, ਉਹ ਸਾਰੀ ਉਹਦੇ ਇੰਗਲਿਸ਼ ਲਿਖੀ ਹੋਈ ਹੈ, ਇਹਨੂੰ ਆਰਾਮ ਨਾਲ ਪੜ੍ਹ ਲਿਓ ਬਾਅਦ ਦੇ ਵਿੱਚ। ਜੋ ਮੈਂ ਬੋਲਿਆ ਉਹ ਸਾਰਾ ਉਹਦੇ ਐਵੇਂ ਲਿਖਿਆ ਹੋਇਆ ਐਜ਼ ਇਟ ਇਜ਼, ਠੀਕ ਹੈ? ਇੰਗਲਿਸ਼ ਸਮਝ ਆ ਜਾਂਦੀ ਹੈ ਸਭ ਨੂੰ, ਪੜ੍ਹ ਲਿਓ ਇਹਨੂੰ, ਕਦੇ ਭੁੱਲ ਲਿਓ ਜੇ। 7 ਤੋਂ ਥੱਲੇ ਤਾਂ ਨਹੀਂ ਆ ਸਕਦੀ ਕਦੇ ਵੀ ਵੈਲਿਊ? 7 ਤੋਂ ਥੱਲੇ ਹੀ ਆਏਗੀ। ਨਹੀਂ, ਜੇ ਤੁਸੀਂ ਕਹਿੰਦੇ ਕਿ 7 ਤੋਂ ਵੱਡਾ ਹੋਵੇ ਤਾਂ ਨੰਬਰ ਨੂੰ 7 ਨਾਲ ਡਿਵਾਈਡ 7 ਜਾਂ 7 ਤੋਂ ਵੱਡਾ ਨੰਬਰ ਹੋਵੇ ਉਹਨੂੰ 7 ਨਾਲ ਡਿਵਾਈਡ ਕਰ ਦਿਓ, ਉਹ ਹਮੇਸ਼ਾ 7 ਤੋਂ ਛੋਟਾ ਹੀ ਆਏਗਾ। ਕਿਸੇ ਨੰਬਰ ਨਾਲ ਜਦ ਤੁਸੀਂ ਡਿਵਾਈਡ ਕਰਦੇ ਹੋ ਨਾ, ਕਿਸੇ ਨੰਬਰ ਨੂੰ, ਕਿਸੇ ਵੱਡੇ ਨੰਬਰ ਨੂੰ ਛੋਟੇ ਨਾਲ ਡਿਵਾਈਡ ਕਰਦੇ ਹੋ, ਤਾਂ ਜਿਹੜਾ ਉਹਦਾ ਰਿਮਾਈਂਡਰ ਆਂਦਾ ਹੈ ਉਹ ਛੋਟੇ ਤੋਂ ਛੋਟਾ ਹੀ ਆਏਗਾ, ਕਦੇ ਵੀ ਉਹਦੇ ਬਰਾਬਰ ਵੀ ਨਹੀਂ ਆ ਸਕਦਾ। ਸੋ ਇਹ ਤੁਸੀਂ ਓਕੇ, ਕਲੀਅਰ ਹੈ? ਹੁਣ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੁੰਦਾ ਹੈ, ਇਹ ਕਾਫੀ ਵਾਰ ਰਿਪੀਟ ਹੋਇਆ ਹੋਇਆ ਪੇਪਰ ਦੇ ਵਿੱਚ। ਪਹਿਲਾਂ ਲਾਸਟ ਡੇ ਆਫ ਏ ਸੈਂਚੁਰੀ, ਇੱਕ ਸੈਂਚੁਰੀ ਦਾ, ਸੈਂਚੁਰੀ ਸਭ ਸਮਝਦੇ ਹੋ 100 200 400 500 700 ਇਹ ਸੈਂਚੁਰੀ ਈਅਰ ਹੁੰਦੇ ਨੇ। ਕਿਸੇ ਵੀ ਸੈਂਚੁਰੀ ਈਅਰ ਦਾ ਮੰਨ ਲਓ 2000ਵਾਂ ਸਾਲ ਹੈ, 1900ਵਾਂ ਸਾਲ ਹੈ, 1800ਵਾਂ ਸਾਲ ਹੈ, ਉਹਦਾ ਲਾਸਟ ਡੇ ਕੀ ਨਹੀਂ ਹੋ ਸਕਦਾ? A century will always, ਇਹਦਾ ਸੈਕਿੰਡ ਵਾਲਾ ਪੁਆਇੰਟ ਦੇਖੋ, a century will always end on either Friday, Wednesday, Monday or Sunday। ਇਹਦਾ ਮਤਲਬ ਸੈਂਚੁਰੀ ਦਾ ਜਿਹੜਾ ਲਾਸਟ ਡੇ ਹੈਗਾ ਕਿਸੇ ਵੀ ਸੈਂਚੁਰੀ ਈਅਰ ਦਾ, ਮਤਲਬ 2000ਵਾਂ ਸਾਲ ਚੱਲ ਰਿਹਾ ਹੈ, ਉਹਦਾ ਜਿਹੜਾ ਲਾਸਟ ਡੇ ਹੋਏਗਾ ਉਹ ਇਹਨਾਂ ਚੋਂ ਕੋਈ ਨਹੀਂ ਹੋ ਸਕਦਾ। ਮਤਲਬ ਇਹ ਹੋਏਗਾ ਇਹਨਾਂ ਚੋਂ ਕੋਈ ਨਹੀਂ ਹੋ ਸਕਦਾ, ਟਿਊਜ਼ਡੇ, ਥਰਸਡੇ ਜਾਂ ਸੈਟਰਡੇ ਨਹੀਂ ਹੋ ਸਕਦਾ। ਇਹਦਾ ਜਿਹੜਾ ਰੀਜ਼ਨ ਹੈਗਾ ਉਹ ਆਪਾਂ ਇੱਥੇ ਲਿਖਿਆ ਹੈ। ਦੇਖੋ ਜੇ 100ਵਾਂ ਸਾਲ ਹੈ ਤਾਂ ਫਰਾਈਡੇ, ਜੇ 200ਵਾਂ ਸਾਲ ਹੈ ਤਾਂ ਵੈਡਨਸਡੇ। ਉਹ ਕਿੱਥੋਂ ਆਇਆ? ਇਹਨੂੰ ਡੀਕੋਡ ਕਰਕੇ। ਨੰਬਰ ਆਫ ਔਡ ਡੇਜ਼ ਆਪਾਂ ਪੜ੍ਹ ਚੁੱਕੇ ਹਾਂ, ਡੀਕੋਡ ਆਪਾਂ ਪੜ੍ਹ ਚੁੱਕੇ ਹਾਂ, ਤਾਂ ਆਪਾਂ ਦੇਖ ਸਕਦੇ ਹਾਂ ਫਰਾਈਡੇ, ਵੈਡਨਸਡੇ, ਮੰਡੇ, ਸੰਡੇ, ਫਰਾਈਡੇ, ਵੈਡਨਸਡੇ, ਮੰਡੇ, ਸੰਡੇ, ਫਰਾਈਡੇ, ਵੈਡਨਸਡੇ, ਮੰਡੇ, ਸੰਡੇ। ਇਹਦਾ ਮਤਲਬ ਜਿਹੜਾ ਲਾਸਟ ਡੇ ਆਫ ਏ ਸੈਂਚੁਰੀ ਈਅਰ ਹੈਗਾ ਉਹ ਇਹ ਚਾਰਾਂ ਚੋਂ ਕੋਈ ਇੱਕ ਹੋਏਗਾ, ਜਿਹੜੇ ਬਾਕੀ 3 ਰਹਿ ਗਏ ਉਹਨਾਂ ਚੋਂ ਨਹੀਂ ਹੋਏਗਾ। ਸੋ ਕੁਐਸਚਨ ਦੋਨੋਂ ਤਰੀਕੇ ਨਾਲ ਪੇਪਰ 'ਚ ਆ ਸਕਦਾ ਹੈਗਾ ਕਿ ਲਾਸਟ ਡੇ ਆਫ ਅ ਸੈਂਚੁਰੀ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਨੂੰ ਰੱਟਾ ਨਾ ਮਾਰੋ, ਸਿਰਫ ਆ ਚੀਜ਼ ਯਾਦ ਰੱਖੋ। ਓਕੇ ਜੀ, ਕਲੀਅਰ ਹੈ? ਚਲੋ ਹੁਣ ਆਪਾਂ ਟਾਈਪਸ ਆਫ ਕੁਐਸਚਨ ਦੇ ਉੱਤੇ ਚੱਲਦੇ ਹਾਂ। ਸੋ ਇਹਦੇ ਵਿੱਚ ਕੀ ਹੈਗਾ ਕਿ ਜਦੋਂ ਤੁਹਾਨੂੰ ਇੱਕ ਪਾਰਟਿਕੂਲਰ ਡੇਟ ਦਿੱਤੀ ਹੋਵੇ, ਕੋਈ ਡੇਟ ਦਿੱਤੀ ਹੋਈ ਹੈ ਤੁਹਾਨੂੰ, ਤੇ ਤੁਹਾਨੂੰ ਕਹੇਗਾ ਡੇ ਕੱਢੋ, ਡੇ ਦਿਨ ਕੱਢੋ। ਇਹ ਬਹੁਤ ਰੇਅਰ ਹੈ ਕਿ ਤੁਹਾਨੂੰ ਇਹ ਕੁਐਸਚਨ ਆਏਗਾ ਜਾਂ, ਕਿਉਂਕਿ ਇਹ ਹੁਣ ਆਊਟਡੇਟਡ ਹੈ। ਇਹ ਸਟਾਰਟਿੰਗ ਚ ਆਉਂਦੇ ਹੁੰਦੇ ਸੀ ਅੱਜ ਤੋਂ 5-7-10 ਸਾਲ ਪਹਿਲਾਂ, ਬਟ ਹੁਣ ਇਹ ਆਲਮੋਸਟ ਸਾਰੇ ਬੱਚਿਆਂ ਨੂੰ ਆਉਂਦੇ, ਤਾਂ ਇਹ ਕੁਐਸਚਨ ਦੇ ਆਉਣ ਦੇ ਚਾਂਸਸ ਘੱਟ ਨੇ, ਬਟ ਸਟਿਲ ਜੇ ਆ ਗਿਆ ਫਿਰ ਤਾਂ ਆਪਾਂ ਨੂੰ ਤਰੀਕਾ ਤਾਂ ਆਉਣਾ ਚਾਹੀਦਾ, ਕਿਉਂਕਿ ਮੋਸਟ ਬੇਸਿਕ ਕੁਐਸਚਨ ਹੈ ਇਸ ਚੈਪਟਰ ਦਾ। ਡੇਟ ਦਿੱਤੀ ਹੋਈ ਹੈ ਤੇ ਡੇ ਕੱਢੋ। ਡੇ ਕੱਢਣ ਦੇ ਲਈ ਆਪਾਂ ਨੇ ਸਿਰਫ ਇੱਕੋ ਚੀਜ਼ ਕੱਢਣੀ ਹੁੰਦੀ ਹੈ, ਨੰਬਰ ਆਫ ਔਡ ਡੇਜ਼। ਇਸ ਦਿਨ ਤੱਕ 15 ਅਗਸਤ 1947 ਤੱਕ ਆਪਾਂ ਨੇ ਔਡ ਡੇਜ਼ ਕੱਢਨੇ ਨੇ ਬਸ। ਜਦੋਂ ਤੁਹਾਡੇ ਕੋਲ ਔਡ ਡੇਜ਼ ਆ ਗਏ ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ, ਕਿਉਂਕਿ ਤੁਹਾਨੂੰ ਪਤਾ ਹੈ 0 ਤੋਂ ਲੈ ਕੇ 6 ਤੱਕ ਔਡ ਡੇਜ਼ ਦੀ ਡੀਕੋਡਿੰਗ ਕੀ ਹੁੰਦੀ ਹੈ। ਤਾਂ ਸ਼ੁਰੂ ਹੋ ਜਾਓ। ਹੁਣ ਕਰਨਾ ਕਿਵੇਂ ਹੈਗਾ, ਜਿਹੜਾ 1947 ਹੈਗਾ, ਹੁਣ ਇਹਦੇ ਵਿੱਚੋਂ ਜਿਹੜਾ ਸਾਲ ਲਈ ਪੁੱਛਿਆ ਹੋਇਆ ਉਹਨੂੰ ਛੱਡ ਦਿਓ, ਤਾਂ 1946 ਤੱਕ ਤੁਸੀਂ ਦੇਖਣਾ ਹੈ ਪਹਿਲਾਂ, 47 ਤੇ ਬਾਅਦ ਆਉਂਦੇ ਆ।
1946 ਤੱਕ ਔਡ ਡੇਜ਼ ਕੱਢ ਲਓ। ਹੁਣ 1946 ਤੱਕ ਔਡ ਡੇਜ਼ ਕੱਢਣ ਦੇ ਲਈ ਉਹਨੇ ਕੀ ਕੀਤਾ 1600 346 ਤਿੰਨ ਹਿੱਸਿਆਂ 'ਚ ਡਿਵਾਈਡ ਕਰਤਾ। 1600 'ਚ ਕਿਉਂ ਕੀਤਾ ਮਤਲਬ 1900 ਕਿਉਂ ਨਹੀਂ ਲਿੱਤਾ ਇਕੱਠਾ, ਇਹਨੂੰ ਐਵੇਂ ਤਾਂ ਕਰ ਸਕਦੇ ਸੀ 1900 ਪਲੱਸ 46 ਐਦਾਂ ਵੀ ਤਾਂ ਕਰ ਸਕਦੇ ਸੀ, ਬਟ ਉਹਨੇ ਤਿੰਨ ਹਿੱਸਿਆਂ 'ਚ ਹੀ ਕਿਉਂ ਵੰਡਿਆ? ਉਹਨੇ 1600 ਜਿਹੜਾ ਹੁੰਦਾ ਹੈ ਉਹ 400 ਦਾ ਮਲਟੀਪਲ ਹੈ। 400 ਦੇ ਵਿੱਚ ਆਪਾਂ ਕੀ ਪੜ੍ਹੇ 0 ਔਡ ਡੇਜ਼ ਹੁੰਦੇ ਆ, तो 1600 ਚ ਵੀ 0 ਹੋ ਗਏ, ਤੇ ਦੈਟ ਮੀਨਸ ਇਹ ਵਾਲਾ ਤਾਂ ਖਤਮ ਹੀ ਹੋ ਗਿਆ, ਇਹਦੇ ਦਾ 0 ਔਡ ਡੇਜ਼ ਨੇ ਗਿਆ 1600। ਕੀ ਰਹਿ ਗਿਆ ਹੁਣ ਆਪਣਾ 300 300 ਚ ਕਿੰਨੇ ਔਡ ਡੇ ਪੜ੍ਹੇ ਆਪਾਂ ਹੁਣੀ 1। ਚਲੋ ਜੀ 1900 ਤੱਕ ਦਾ ਕੰਮ ਖਤਮ ਹੋ ਗਿਆ। 1900 ਤੱਕ ਆਪਣੇ ਕੋਲ ਇੱਕ ਔਡ ਡੇ ਆ ਗਿਆ। ਓਕੇ ਜੀ, ਦੈਨ 46 46 ਸਾਲ। ਹੁਣ ਮੈਂ ਤੁਹਾਨੂੰ 40 ਵਾਲੀ ਐਗਜ਼ਾਮਪਲ ਦਿੱਤੀ ਸੀ ਨਾ, ਅਗਰ 40 ਸਾਲ ਦੇ ਵਿੱਚ ਨੰਬਰ ਆਫ ਲੀਪ ਈਅਰਸ ਕੱਢਨੇ ਹੈ, ਸੋ 46 ਸਾਲ ਦੇ ਵਿੱਚ ਕਿਵੇਂ ਕੱਢਾਂਗੇ? ਅਗਰ ਤੁਹਾਡੇ ਕੋਲ 46 ਇਅਰਸ ਹੈ, ਇਹਨੂੰ 4 ਨਾਲ ਡਿਵਾਈਡ ਕਰੋ, 4 ਆ 4 ਆ ਜਾਏਗਾ, दो आ गया रिमाइंडर। ਰਿਮਾਈਂਡਰ ਨਹੀਂ ਕੱਢਣਾ ਹੈਗਾ ਇਹਦੇ ਵਿੱਚ। ਜਦੋਂ ਆਪਾਂ ਨੇ ਇਹ ਪਤਾ ਲਗਾਉਣਾ ਹੁੰਦਾ ਹੈਗਾ ਕਿ 46 ਸਾਲਾਂ ਦੇ ਵਿੱਚ ਕਿੰਨੇ ਲੀਪ ਈਅਰ ਆਣਗੇ, ਤਾਂ 4 ਨਾਲ ਡਿਵਾਈਡ ਕਰੋ ਤਾਂ ਜਿਹੜਾ ਕੋਸ਼ੈਂਟ ਆਂਦਾ ਹੈਗਾ ਇਹਦੇ ਵਿੱਚ 4 1 ਦਾ 4 नीचे बचा 0 4 1 ਦਾ 4 नीचे बचा 2। ਆ ਜਿਹੜਾ 11 ਆਇਆ ਹੈ ਇਹ ਲੈਣਾ ਇਹਦੇ ਚ ਕੋਸ਼ੈਂਟ। ਓਕੇ, ਸੋ 46 ਦੇ ਵਿੱਚੋਂ 11 ਕੀ ਹੈਗੇ ਨੇ ਆਪਣੇ ਲੀਪ ਈਅਰਸ, ਤੇ ਬਾਕੀ ਕਿੰਨੇ ਰਹਿ ਗਏ 4। 46 ਦੇ ਵਿੱਚੋਂ 11 ਗਏ ਤਾਂ ਕਿੰਨੇ ਰਹਿ ਗਏ 35। तो 46 ਦੇ ਵਿੱਚੋਂ 11 ਲੀਪ ਈਅਰ ਨੇ ਤੇ 35 ਨਾਰਮਲ ਈਅਰ ਨੇ। ਜਿਹੜੇ 35 ਨਾਰਮਲ ਈਅਰ ਨੇ ਉਹਦੇ ਨੰਬਰ ਆਫ ਬਰਥਡੇ ਹੋ ਗਏ 35, ਇਹਦੇ ਹੋ ਗਏ 22, ਤਾਂ ਟੋਟਲ ਕਿੰਨੇ ਹੋ ਗਏ 35 ਤੇ 22 57। ਫੇਰ ਆ ਗਿਆ 7 ਤੋਂ ਵੱਡਾ, ਕਰ ਦੋ 7 ਨਾਲ ਡਿਵਾਈਡ। ਇੱਥੇ ਆਪਾਂ ਕੀ ਲੈਣਾ ਹੈ ਰਿਮਾਈਂਡਰ, तो ਰਿਮਾਈਂਡਰ ਕਿੰਨਾ ਆ ਗਿਆ 1, ਉਹ ਹੀ ਲਿਖਿਆ ਹੋਇਆ। ਸੋ ਆਪਣੇ ਕੋਲ ਇੱਕ ਆ ਗਿਆ 0, ਇੱਕ ਆ ਗਿਆ 1, ਇੱਕ ਆ ਗਿਆ 1। ਆਪਾਂ 1946 ਕਵਰ ਕਰ ਲਿਆ। ਓਕੇ, ਹੁਣ ਆਪਾਂ ਆਉਂਦੇ ਆ 1946 मतलब पिछले साल 1946 तक कवर कर लिया अपन ने। नहीं सर, स्टार्ट कहां से करा मतलब वो 0 तो 0 1 तो ही कितना स्टार्ट 57 बाद की करे किलो बाद 57 आ गया डिवाइडेड बाय 7। फिर माइनस सर एक मिनट हमारा क्लियर नहीं हो रहा, जो आपने पिछला साल लिया 1946 को मतलब 0 से 1946 तक 0 से 1946 तक लिखते हैं। 1946 साल लिखते हैं 1 2 3 4 100 150 200 ऐ करते करते 1946। ठीक है 1946 कल्ला एक साल है, 1946 तक 1946 साल। तो चलो। सर पीछे में जो 22 आया वो कैसे आया था 22 11 into 2 अच्छा। 11 ਲੀਪ ਈਅਰ ਸੀਗੇ। ठीक। ਚਲੋ ਜੀ ਇੱਧਰ ਹੁਣ ਆਪਾਂ ਆ ਗਏ 1947 ਵਾਲੇ ਈਅਰ 'ਚ ਆ ਗਏ ਆ। ਠੀਕ ਹੈ 1947 ਵਾਲੇ ਈਅਰ ਦੇ ਵਿੱਚ ਤੁਸੀਂ ਮੰਥ ਵਾਈਜ਼ ਸ਼ੁਰੂ ਹੋ ਜਾਓ। ਹੁਣ ਜਨਵਰੀ ਦੇ ਵਿੱਚ ਕਿੰਨੇ ਹੁੰਦੇ ਆ 3, ਆਪਾਂ ਉਹ ਕੀਤੀ ਸਲਾਈਡ। ਜਨਵਰੀ ਚ 3। ਹੁਣ 1947 ਨਾਰਮਲ ਈਅਰ ਹੈ, तो ਫੈਬਰਵਰੀ ਕਿੰਨੇ ਆ ਗਏ ਮਾਰਚ ਦੇ ਵਿੱਚ 3, ਅਪ੍ਰੈਲ ਚ 2, ਮਈ ਚ 3, ਜੂਨ ਚ 2, जुलाई 3, अगस्त ਦੇ ਕਿੰਨੇ 15। जिस डेट तक पूछे उस डेट तक जाना हैगा। तो टोटल करो 3 ਤੇ 3 6 ਤੇ 2 8 ਤੇ 3 11 ਤੇ 2 13 16 15 ਤੇ 16 31 फिर अपना 7 ਤੋਂ ਵੱਡਾ ਆ ਗਿਆ डिवाइडेड बाय 7। तो कितने आ गए 3। तो कितने टोटल ऑर्डर्स कितने हो गए 3 4 5 5 ऑर्डर ਦਾ ਮਤਲਬ ਕੀ ਹੁੰਦਾ ਹੈ ਫਰਾਈਡੇ। ਸੋ 15 ਅਗਸਤ 1947 ਨੂੰ फ्राइडे सीगा। एक बार देख लो, समझ आ गया। नेक्स्ट क्वेश्चन, नेक्स्ट टाइप। एक टाइप तो अपन कर ली, नेक्स्ट टाइप की हैगी है। देखो जी भाई आपस डिस्कस ना करो प्लीज, आपस ना आया डिस्कस करो। ਜਦੋਂ ਆਪਾਂ ਨੂੰ ਇੱਕ ਦਿਨ ਦਿੱਤਾ ਹੋਵੇ ਤੇ ਦੂਸਰਾ ਦਿਨ ਪੁੱਛਿਆ ਹੋਵੇ, ਜਿਵੇਂ ਸਿੰਪਲ ਜਿਹਾ ਮੈਂ ਤੁਹਾਨੂੰ ਕਹਿਣਾ ਕਿ ਇਸ ਸਾਲ ਜਿਹੜਾ ਹੈਗਾ ਤੁਹਾਡਾ ਬਰਥਡੇ ਆਇਆ ਹੈਗਾ, ਤੁਹਾਡਾ ਬਰਥਡੇ ਮੰਨ ਲਓ ਹੁੰਦਾ ਹੈਗਾ 18 ਜਨਵਰੀ ਨੂੰ, ਤੇ ਇਸ ਸਾਲ ਤੁਹਾਡਾ ਬਰਥਡੇ ਆਇਆ ਹੈਗਾ ਮੰਡੇ ਨੂੰ, ਤਾਂ ਨੈਕਸਟ ਈਅਰ ਕਦੋਂ ਆਏਗਾ ਟਿਊਜ਼ਡੇ ਨੂੰ ਆਏਗਾ। ਠੀਕ ਹੈ, ਤਾਂ ਉਵੇਂ ਹੀ ਇਹਦੇ ਵਿੱਚ ਇੱਕ ਦਿਨ ਦਿੱਤਾ ਹੋਏਗਾ, ਉਸ ਤੋਂ ਨੈਕਸਟ ਜਾਂ ਉਸ ਤੋਂ ਪਿਛਲਾ ਦਿਨ ਪੁੱਛਿਆ ਹੋਏਗਾ। ਹੁਣ ਉਹ ਇੱਕ ਦਿਨ ਦਾ ਫਰਕ ਕਿਉਂ ਪੈਂਦਾ ਹੈ
ਕਿਉਂਕਿ ਇੱਕ ਔਡ ਡੇ ਆ ਜਾਂਦਾ ਹੈਗਾ ਨਾ, ਇੱਕ ਔਡ ਡੇ ਆ ਗਿਆ ਤਾਂ ਉਹ ਦਿਨ ਇੱਕ ਵੱਧ ਜਾਂਦਾ ਹੈ। ਸਿਮਿਲਰਲੀ ਜੇ ਪਿੱਛੇ ਨੂੰ ਜਾਵਾਂਗੇ ਤਾਂ ਇੱਕ ਦਿਨ ਘਟ ਜਾਂਦਾ ਹੈ। ਬਟ ਪ੍ਰੋਬਲਮ ਕਿਹਦੇ ਜਾਂਦੀ ਹੈਗੀ ਹੈ, ਜੇ ਆਪਣੇ ਕੋਲ ਕੋਈ ਲੀਪ ਈਅਰ ਆ ਜਾਏ। ਸਰ ਇਹ ਕੱਟ ਵੀ ਜਾਂਦੇ ਨੇ ਸੇਮ ਉਹ ਵੀ ਕੱਟ ਵੀ ਜਾਂਦੇ ਜਿਵੇਂ 2004 ਵਾਲੇ ਦਾ ਉੱਥੇ ਦੇ ਨਹੀਂ ਕੱਟਣਾ ਨਹੀਂ ਇਹਦੇ ਚ ਕੁਝ ਵੀ। ਤੇ ਵੱਧ ਜਿਵੇਂ ਹੁਣ ਦੇਖੋ 17 ਮਾਰਚ 2005 ਨੂੰ ਮੰਡੇ ਸੀਗਾ, ਉਹ ਕਹਿੰਦਾ 17 ਮਾਰਚ 2005 ਨੂੰ ਕੀ ਸੀਗਾ, ਮੰਡੇ। ਸੋ 17 ਮਾਰਚ 2006 ਨੂੰ ਕੀ ਹੋਏਗਾ, ਸਿੰਪਲ ਜੀ ਚੀਜ਼ ਹੈ, ਇਹਦੇ ਤਾਂ ਕੋਈ ਦਿੱਕਤ ਨਹੀਂ। ਅਗਲਾ ਦੇਖੋ ਮਾਰਚ 2003 ਨੂੰ ਟਿਊਜ਼ਡੇ ਸੀਗਾ ਤਾਂ ਮਾਰਚ 2004 ਨੂੰ ਕੀ ਹੋਏਗਾ, ਕਿਉਂ ਇੱਕ ਦਿਨ ਕਿਉਂ ਵਧਾਤਾ, ਠੀਕ ਹੈਗਾ, ਤੁਹਾਡਾ ਆਨਸਰ ਸਹੀ ਹੈਗਾ। ਇਸ ਕੇਸ ਦੇ ਵਿੱਚ ਟਿਊਜ਼ਡੇ ਤੋਂ ਬਾਅਦ ਵੈਡਨਸਡੇ, ਥਰਸਡੇ, ਕਿਉਂ, ਕਿਉਂਕਿ ਆਪਾਂ ਜਦੋਂ ਹਾਂ ਇਹਦੇ ਵਿੱਚ ਇੱਕ ਔਡ ਡੇ ਐਕਸਟਰਾ ਆ ਗਿਆ, ਕਿਉਂਕਿ 2004 ਦੇ ਵਿੱਚ ਜਿਹੜਾ 28 ਫਰਵਰੀ ਆਇਆ ਹੈਗਾ, ਉਸ ਤੋਂ ਬਾਅਦ ਹੀ 29 ਫਰਵਰੀ ਵੀ ਆਇਆ ਹੈਗਾ। ਠੀਕ ਹੈ, ਤਾਂ ਇਹਦੇ ਵਿੱਚ ਸਿਰਫ ਇੰਨਾ ਕੁ ਲੌਜੀਕ ਯਾਦ ਰੱਖਣਾ ਹੈ ਕਿ ਅਗਰ ਤੁਹਾਡੇ ਟਾਈਮ ਪੀਰੀਅਡ ਦੇ ਵਿੱਚ ਲੀਪ ਈਅਰ ਦਾ 28 ਫਰਵਰੀ ਵਾਲਾ ਦਿਨ ਆ ਰਿਹਾ ਹੈ, 29 ਫਰਵਰੀ ਵਾਲਾ ਦਿਨ, ਤਾਂ ਤੁਸੀਂ 2 ਐਡ ਕਰਨੇ ਨੇ ਜਾਂ 2 ਸਬਟ੍ਰੈਕਟ ਕਰਨੇ ਨੇ। ਅਗਰ ਉਹ ਨਹੀਂ ਆ ਰਿਹਾ ਫਿਰ ਨਹੀਂ। ਇਹ ਕਿਵੇਂ ਪਤਾ ਲੱਗੇਗਾ ਐਡ ਕਰਨੇ 5 ਫਰਵਰੀ 2004 ਇਹਨੂੰ ਸੀਗਾ ਮੰਡੇ, ਸੋ 5 ਫਰਵਰੀ 2003 ਨੂੰ ਕੀ ਹੋਏਗਾ, ਸੰਡੇ ਕਿਉਂ, ਜੇ ਤਾਂ ਲੀਪ ਈਅਰ ਹੈ। ਬਸ ਅਗਰ ਇਹਦਾ 2005 ਪੁੱਛਿਆ ਹੁੰਦਾ ਫਿਰ ਸਮਝ ਗਏ। ਹੁਣ ਜਿਹੜਾ ਵੀ ਆਪਾਂ ਕਾਊਂਟ ਕਰ ਰਹੇ ਹਾਂ ਉਹਦੇ ਵਿੱਚ ਇਹ ਦੇਖ ਲਓ ਵੀ ਤੁਹਾਡਾ 29 ਫਰਵਰੀ ਆ ਰਿਹਾ ਜਾਂ ਨਹੀਂ ਆ ਰਿਹਾ। ਅਗਰ 29 ਫਰਵਰੀ ਆ ਰਿਹਾ ਤਾਂ 2 ਦਿਨ ਵਧਾ ਜਾਂ ਘਟਾ ਦਿਓ। ਵਧਾਣਾ ਤੇ ਘਟਾਣਾ ਕਿਵੇਂ, ਤੁਹਾਨੂੰ ਇਹ ਤੋਂ ਪਤਾ ਲੱਗ ਜਾਏਗਾ। ਅਗਰ 4 ਤੋਂ ਥੱਲੇ ਨੂੰ ਜਾ ਰਿਹਾ 3 2 ਨੂੰ ਤਾਂ ਘਟਾਣੇ ਆ, ਅਗਰ 4 ਤੋਂ ਉੱਪਰ ਨੂੰ ਜਾ ਰਿਹਾ ਤਾਂ ਵਧਾਣੇ ਆ। ਵਧਾਣੇ ਮਤਲਬ ਮੰਡੇ ਟਿਊਜ਼ਡੇ ਵੈਡਨਸਡੇ, ਘਟਾਣੇ ਮਤਲਬ ਮੰਡੇ ਤੋਂ ਬਾਅਦ ਸੰਡੇ ਸੈਟਰਡੇ ਹੈ। क्लियर है, चलो गुड। ये क्वेश्चन आ सकता है, मतलब ये क्वेश्चन प्रोबेबिलिटी है यदि आती। नेक्स्ट टाइप ते बहुत ज्यादा इंपॉर्टेंट टाइप मैचिंग द कैलेंडर। मतलब ਤੁਹਾਨੂੰ ਇੱਕ ਸਾਲ ਦਿੱਤਾ ਹੋਏਗਾ ਔਰ ਇਹ ਕਿਹਾ ਹੋਏਗਾ ਕਿ ਇਸ ਸਾਲ ਦੇ ਨਾਲ मतलब इस साल ਦਾ ਜਿਹੜਾ ਕੈਲੰਡਰ ਹੈਗਾ ਉਹ ਕਦੋਂ ਰਿਪੀਟ ਹੋਏਗਾ। ਹਰ ਸਾਲ ਦਾ ਕੈਲੰਡਰ ਕਦੇ ਨਾ ਕਦੇ ਅੱਗੇ ਰਿਪੀਟ ਹੁੰਦਾ ਹੈ। ਕੈਲੰਡਰ ਰਿਪੀਟ ਹੋਣ ਦਾ ਮਤਲਬ ਕੀ ਹੈਗਾ ਕਿ ਹਰ ਡੇ ਸੇਮ। 5 जनवरी ਨੂੰ ਅਗਰ ਮੰਡੇ ਸੀ ਤਾਂ 5 जनवरी ਨੂੰ ਮੰਡੇ ਹੈ। ਅਗਰ 10 ਅਕਤੂਬਰ ਨੂੰ ਸੰਡੇ ਸੀ ਤਾਂ 10 ਅਕਤੂਬਰ ਨੂੰ ਸੰਡੇ ਹੈ। ਉਹਦਾ ਮਤਲਬ ਹੁੰਦਾ ਹੈ ਕੈਲੰਡਰ ਸੇਮ ਹੋਣਾ। ਸੋ ਕੈਲੰਡਰ ਜਿਹੜੇ ਸੇਮ ਹੁੰਦੇ ਆ ਉਹਦਾ ਇੱਕ ਫਾਰਮੂਲਾ ਹੁੰਦਾ ਹੈਗਾ ਕਿ ਅਗਰ ਤੁਹਾਡਾ ਲੀਪ ਈਅਰ ਹੈਗਾ ਜਿਹੜਾ ਤੁਹਾਨੂੰ ਪੁੱਛਿਆ ਹੈ, ਜਿਵੇਂ ਤੁਹਾਨੂੰ ਸਵਾਲ ਮੰਨ ਲਓ ਪੁੱਛਿਆ ਹੈਗਾ, ਮੈਂ ਪੇਪਰ 'ਚ ਵੀ ਪਾਇਆ ਸੀਗਾ ਜਿਹੜਾ ਆਪਾਂ ਕੱਲ ਟੈਸਟ ਲਿੱਤਾ ਸੀ 2020 ਦਾ ਜਿਹੜਾ ਕੈਲੰਡਰ ਹੈਗਾ ਉਹ ਕਦੋਂ ਸੇਮ ਹੋਏਗਾ ਉਸ ਤੋਂ ਬਾਅਦ। ਸੋ 2020 ਲੀਪ ਈਅਰ ਹੈਗਾ ਸੋ ਉਹਦੇ ਸਿੰਪਲੀ 28 ਐਡ ਕਰ ਦੋ। ਸੋ ਇਹਦਾ ਆਨਸਰ ਕੀ ਆਇਆ ਸੀਗਾ 2048। ਓਕੇ, ਅਗਰ ਤੁਹਾਨੂੰ ਲੀਪ ਈਅਰ ਪੁੱਛਿਆ ਹੋਇਆ ਹੈਗਾ ਤਾਂ ਚੁੱਪ ਕਰਕੇ ਆਨਸਰ ਦੇ ਦਿਓ 28 ਐਡ ਕਰਕੇ। ਅਗਰ ਤੁਹਾਨੂੰ ਜਿਹੜਾ ਈਅਰ ਪੁੱਛਿਆ ਹੈਗਾ ਉਹ ਲੀਪ ਈਅਰ +1 ਹੈ, ਦੈਟ ਮੀਨ ਮੰਨ ਲਓ 2021 ਹੈ, 2021 ਲੀਪ ਈਅਰ +1 ਹੋ ਗਿਆ ਨਾ। ਲੀਪ ਈਅਰ 2020 +1 2021। ਸੋ ਇਹਦੇ ਵਿੱਚ ਸਿੰਪਲੀ 6 ਐਡ ਕਰ ਦੋ ਆਨਸਰ। अगर लीप ईयर +2 है, जिवें ये वाला साल चल रहा है 2022, तो ਇਹਦਾ ਕੈਲੰਡਰ ਕਦੋਂ ਸੇਮ ਹੋਏਗਾ 2033 ਦੇ ਵਿੱਚ। ਜਦੋਂ ਆਪਣਾ ਲੀਪ ਈਅਰ +3 ਹੈ ਮਤਲਬ 2023, ਸੋ ਉਹਦੇ ਵਿੱਚ ਫਿਰ 11 ਐਡ ਕਰ ਦੋ तो 2034। ਲੀਪ ਈਅਰ +4 ਤਾਂ ਆਪ ਹੀ ਲੀਪ ਈਅਰ ਹੋ ਜਾਏਗਾ, मतलब 2024 ਜਿਹੜਾ ਹੈਗਾ ਫਿਰ ਲੀਪ ਈਅਰ ਆ ਜਾਏਗਾ और फिर 28। बस ਇੰਨਾ ਕ ਆਪਣਾ ਤਰੀਕਾ ਹੈਗਾ। ਇਹਦੇ ਨਾਲ ਤੁਹਾਡੇ सीधे सीधे आंसर आएंगे और ये बहुत ज्यादा इंपॉर्टेंट है। लेटेस्ट पेपर ये आए हुए हैं सर, जैसे वो ऊपर दे रखा है क्वेश्चन में 2009, तो इसमें 1 वाला ईयर ऐड होएगा। 2009 की आंदा है, लीप ईयर है कि लीप ईयर +1 है कि +2 है कि +3 है, दसो मेनू। लीप ईयर तो नहीं है सर, लीप ईयर तो नहीं है, ठीक है। तो फिर की है, एक केड़ी कैटेगरी च आएगा लीप ईयर?
2009 ਤੋਂ ਪਹਿਲਾਂ ਲੀਪ ਈਅਰ ਕਦ ਆਉਂਦਾ ਹੈ? 2008 तो लीप ईयर +1 है। तो ਇਹਦੇ ਵਿੱਚ ਜਿਹੜਾ ਹੈਗਾ 6 ਐਡ ਕਰੋ। ਸੋ ਇਹਦੇ ਵਿੱਚ ਤੁਸੀਂ ਰੱਟਾ ਮਾਰਨਾ ਹੈ 28 6 11 ठीक है, ओके है, ठीक है, वेरी गुड। पर प्रॉब्लम आती है कि इतने इतने आगे फेल हो जाता है। तो बहुत रेयरली है कि ऐसा क्वेश्चन आएगा, बट अपन ने वो रेयर चांस भी कवर करना है। अगर आ गया तो की करोगे? हुन जेड़ा पिछला आपा कीता उस हिसाब से दसो 1700 का कैलेंडर कदों सेम होएगा? जेडी हुनी आपा कहानी जी करके गई है 1700 का कैलेंडर कदों सेम होएगा? नहीं सर, नहीं होएगा क्योंकि लीप ईयर है नहीं। यस, ना तो ये लीप ईयर है, ना ये लीप ईयर +1 है, ना लीप ईयर +2 है, ना लीप ईयर +3 है। 1700 तो पहला जेड़ा लीप ईयर आया वो कद आया? 1696। ठीक है, 1700 तो बाद जेड़ा लीप ईयर आएगा वो कद आएगा? 1704। तो जेड़ा 1700 होएगा वो हैगा लीप ईयर +4। ते ये तो फॉर्मूला सर ने कराया ही नहीं, ये तो आपा कीता ही नहीं। ठीक, सो ਆਪਾਂ ਇਹ ਦੇਖਾਂਗੇ ਕਿ ਇਹ ਜਿਹੜੇ 28 6 11 ਆਏ ਨੇ ਉਹ ਆਏ ਕਿਵੇਂ ਨੇ ਐਕਚੁਅਲੀ, ਤਰੀਕਾ ਕੀ ਹੁੰਦਾ ਹੈਗਾ। ਜਿਹੜਾ ਸਾਲ ਤੁਹਾਨੂੰ ਦਿੱਤਾ ਗਿਆ ਉਹ ਲਿਖ ਲਓ, ਉਸ ਤੋਂ ਅੱਗੇ ਵਾਲੇ ਸਾਲ ਲਿਖ ਲਓ ਰੈਂਡਮਲੀ, ਥੋੜੀ ਦੂਰ ਤੱਕ, ਜ਼ਿਆਦਾ ਦੂਰ ਤੱਕ ਨਾ ਲਿਖਿਓ। ਤੁਹਾਨੂੰ ਇਹਦੀ ਲੋੜ 99% ਨਹੀਂ ਪਏਗੀ, ਬਟ 1% ਚਾਂਸ ਲੈ ਕੇ ਚੱਲੋ ਜੇ ਪੈ ਗਈ। 1700 ਜਿਹੜਾ ਸਾਲ ਹੈ ਉਹ ਲੀਪ ਈਅਰ ਹੁੰਦਾ ਹੈ? ਨਹੀਂ, तो ਉਹਦੇ ਕਿੰਨੇ ਔਰ ਡੇ ਹੋਣਗੇ? 1701 ਚ, 1702 ਚ, 1703 ਚ, 2 ठीक है, ये चीज तो चलती है। 1 1 2 हर 3 साल 4 साल बाद 2 आएगा। ਹੁਣ ਤੁਸੀਂ ਇਹਨੂੰ ਕਾਊਂਟ ਕਰਨਾ ਸ਼ੁਰੂ ਕਰ ਦਿਓ। ਜਿੱਥੇ 7 ਆ ਗਿਆ, 7 ਨਾਲ 7 ਨੂੰ ਡਿਵਾਈਡ ਕਰਾਂਗੇ 0 ਆ ਜਾਂਦਾ। तो जिथे 7 आ गया वो अपना मतलब दा आंसर है, मतलब वो साडा आंसर हो सकता है 1 2 3 4 5 6 7 ਇਹ ਹੋ ਸਕਦਾ इथे आ गया। इस तो जेड़ा नेक्स्ट हैगा वो ਤੁਹਾਡਾ आंसर है। सो 1706 ਤੁਹਾਡਾ आंसर है। ਇਹ ਇਹਦਾ ਐਕਚੁਅਲ ਚ ਮੈਥਡ ਹੈਗਾ ਜਿਹਦੇ ਨਾਲ ਆਪਾਂ ਵੈਲਿਊ ਕੱਢਦੇ ਆ। ਉਹ ਜਿਹੜੇ ਤੁਹਾਡੇ 28 6 6 11 ਆਏ ਨੇ ਉਹ ਇਹਦੇ ਨਾਲ ਹੀ ਆਏ ਨੇ, ਇੱਥੋਂ ਹੀ ਸ਼ਾਰਟਕਟ ਬਣਿਆ ਹੋਇਆ। This is the actual method. ਹੁਣ ਇਹਦੇ ਵਿੱਚ ਇੱਕ ਟਾਈਪ ਆਂਦੀ ਹੁੰਦੀ ਹੈਗੀ ਹੈ कि आज अगर मंडे है, if today is Monday, so after 64 days की होएगा? सर 64 डिवाइडेड बाय 7 एंड जो रिमाइंडर आया उसको प्लस कर दो। ਉਹਨੂੰ ਪਲੱਸ ਕਰਨਾ ਹੈ। ਇਹਦੇ ਵਿੱਚ ਥੋੜਾ ਜਿਹਾ ਧਿਆਨ ਰੱਖਿਓ। ਦੇਖੋ ਵੈਸੇ ਤੁਸੀਂ ਨਾਰਮਲੀ ਸੋਚੋ ਅੱਜ ਕੀ ਡੇ ਹੈਗਾ? ਵੈਨਸਡੇ। ਤੇ ਅੱਜ ਡੇਟ ਕਿੰਨੀ ਹੈ? 20। ਦੁਬਾਰਾ ਵੈਨਸਡੇ ਕਦ ਆਏਗਾ? काउंट कर लो। 7 दिन बाद थर्सडे, फ्राइडे, सैटरडे, संडे, मंडे, ट्यूसडे। आज की है 20, 21, 22, 23, 24, 25, 26, 27। इसका मतलब हर सतवें दिन जेड़ा हैगा सेम आ जाएगा। 7 दे टेबल ते सेम आंदा रहेगा। ठीक है, सो अगर आज मंडे है, मान लो आज 1 तारीख है, तो अगे जेड़ा हैगा 7 दिन के बाद जेड़ा हैगा मंडे आंदा रहेगा। तो अगर मेरा 63 हुंदा, 63 जेड़ा हैगा 7 दे टेबल च आंदा तो मंडे आ जांदा, बट अपना कितना बच गया? 1 बच गया। ठीक है, हुण इहदे विच जेड़ा 1 बचिया ना उहनूं ऐड करना है मंडे तो बाद ट्यूसडे। ऐ नहीं सोचना भी 1 ऑड डेज वाला कंसेप्ट ना ला दिओ। ਇਹਦੇ ਵਿੱਚ ਇਹ ਨਾ ਸੋਚਿਓ ਕਿ ਆਪਣਾ 1 ਆਇਆ ਹੈਗਾ ਤੇ 1 ਜਿਹੜਾ ਹੈਗਾ ਉਹ ਮੰਡੇ ਹੁੰਦਾ ਤਾਂ ਮੈਂ ਮੰਡੇ ਲਿਖਦਾ, ਮੰਡੇ ਤੋਂ ਬਾਅਦ। ठीक है सर ऐड किस पे करना है? ऐड जेड़ा हैगा मंडे जेड़ा आज दिन है, अगर आज मंडे हैगा तो 61 डेज बाद की होएगा? हां जी 61 डेज बाद की होएगा दसो? आज मंडे है, सो आफ्टर 61 डेज की होएगा?
ਸੋ 61 ਤੋਂ ਛੋਟਾ ਨੰਬਰ ਜਿਹੜਾ 7 ਦੇ ਟੇਬਲ ਜਾਂਦਾ 56 56 ਤੋਂ ਬਾਅਦ ਕਿੰਨੇ ਰਹਿ ਗਏ 5 ਰਹਿ ਗਏ ਹਾਂਜੀ, 5 five। ਠੀਕ ਹੈ ਮੰਡੇ ਤੋਂ ਬਾਅਦ 5 ਦਿਨ ਟਿਊਜ਼ਡੇ ਸੋ ਆਨਸਰ ਕੀ ਆ ਜਾਏਗਾ ਤੁਹਾਡਾ ਓਕੇ ਕਲੀਅਰ ਹੈ ਜੀ ਨਹੀਂ ਸਰ ਨਹੀਂ clear ਹੈ। नहीं आ रहा है। ਚਲੋ ਆਪਾਂ ਦੁਬਾਰਾ ਕਰ ਲੈਂਦੇ ਹਾਂ ਅੱਜ ਟਿਊਜ਼ਡੇ ਲੈ ਲਓ ਮੰਡੇ ਅੱਛਾ ਨਹੀਂ ਲੱਗ ਰਿਹਾ ਆਪਾਂ ਨੂੰ ਅੱਜ ਟਿਊਜ਼ਡੇ ਹੈਗਾ ठीक है सर। ठीक है हाँ, सो आफ्टर 14 डेज ਕੀ ਹੋਏਗਾ 14 ਦਿਨ ਤੋਂ ਬਾਅਦ ਕੀ ਹੋਏਗਾ ਦੁਬਾਰਾ ਟਿਊਜ਼ਡੇ ਆ ਜਾਏਗਾ ਕਿਉਂਕਿ ਮੈਂ ਤੁਹਾਨੂੰ ਨਹੀਂ ਦੱਸਿਆ ਹਰ 7 ਦਿਨ ਬਾਅਦ ਸੇਮ ਡੇ ਆ ਜਾਂਦਾ ਹੈ ਇਹੀ 7 ਦਾ ਚੱਕਰ ਚੱਲ ਰਿਹਾ ਹੈ ਸੋ 64 ਡੇਜ਼ ਬਾਅਦ ਕੀ ਆਏਗਾ 64 ਤੋਂ ਛੋਟਾ ਨੰਬਰ ਜਿਹੜਾ 7 ਦੇ ਟੇਬਲ ਤੇ ਜਾਂਦਾ ਉਹ ਕੀ ਹੁੰਦਾ 63 ਇਹਦਾ ਮਤਲਬ 63 ਡੇਜ਼ ਬਾਅਦ ਤਾਂ ਟਿਊਜ਼ਡੇ ਹੀ ਸੀਗਾ तो 64 ਬਾਅਦ ਕੀ ਹੋ ਗਿਆ ਵੈਨਸਡੇ ਹੋ ਗਿਆ तो ਆਪਾਂ ਕੀਤਾ ਕੀ ਹੈ ਜਿਹੜਾ ਵੀ ਤੁਹਾਨੂੰ ਨੰਬਰ ਦਿੱਤਾ ਹੋਇਆ ਹੈ ਉਹਨੂੰ 7 ਨਾਲ ਡਿਵਾਈਡ ਕਰੋ ਜੋ ਰਿਮਾਈਂਡਰ ਆ ਗਿਆ ਉੱਥੋਂ ਜਿਹੜਾ ਤੁਹਾਨੂੰ ਦਿਨ ਦਿੱਤਾ ਹੋਇਆ ਉਹਨੂੰ ਕਾਊਂਟ ਕਰਨਾ ਸ਼ੁਰੂ ਕਰ ਦਿਓ ਅਗਰ ਤੁਹਾਨੂੰ ਕਿਹਾ ਹੈਗਾ ਅੱਜ ਵੈਨਸਡੇ ਹੈਗਾ ਤੇ ਵੈਨਸਡੇ ਤੋਂ ਬਾਅਦ 59 ਡੇਜ਼ ਤੋਂ ਬਾਅਦ ਕੀ ਆਂਦਾ ਹੈ तो 59 ਤੋਂ ਛੋਟਾ ਨੰਬਰ ਕਿਹੜਾ ਹੁੰਦਾ 56 ਜਿਹੜਾ 7 ਦੇ ਟੇਬਲ ਚ ਆਉਂਦਾ ਹੈ ਜਿਹੜੇ ਹੈਗੇ 3 ਵੈਨਸਡੇ ਤੋਂ ਬਾਅਦ ਥਰਸਡੇ ਫਰਾਈਡੇ ਸੈਟਰਡੇ ਜਿਹੜਾ ਕੱਟ ਜਾਂਦਾ ਹੈ ਫਿਰ ਕੌਣ ਕੱਟ ਜਾਂਦਾ ਹੈ ਜਿਵੇਂ ਉਹ same ਹੈ। ਤਾਂ ਫਿਰ ਸੇਮ ਹੀ ਹੈ ਹੁਣੀ ਤਾਂ ਆਪਾਂ ਕੀਤਾ ਹੈਗਾ ਕਿ ਅਗਰ ਅੱਜ 20 ਹੈ ਤਾਂ 7 ਦਿਨ ਬਾਅਦ ਸੱਤ ਦੇ ਮਿਲਦੇ ਕੱਟੇ ਤਾਂ 7ਵੇਂ ਦਿਨ ਨੂੰ ਵੀ ਦਿਨ ਆਏਗਾ